तुमरी शरण तुम्हारी आशा, तुम ही सज्जन सुहेले। राखो हो राखनहार दयाला, नानक कर के गोले। तुद आगे अरदास हमारी, जियो पिंड सब तेरा। कहो नानक सब तेरी वड्याई, कोई नाओ ना जाने मेरा। वाहिगुरु जी दुलभ जन्म पुण्य फल पायो, बिरथा जात अब बेकै। राजे इंद्र समसर गृह नाही, बिन हर भगत कहो केह लेखै। ना विचार्यो राजा राम को रस, जेह रस अनरस बिसर जाही रहाओ। जान अजान भय हम बावर, सोच असोच दिवस जा जन्म जाही। इंद्री सबल निबल विवेक बुद्ध, परमार्थ परवेश नाही। कहियत आन अचरियत अनकश, समझ न परै अपर माया। कह रविदास उदास दास मत, पर हर कोप करो जी दया। कहियत आन अचरियत अनकछ, समझ न परै अपर माया। कह रविदास उदास दास मत, पर हर कोप करो जी दया। सर्ब कला समरथ जुगो जुग अटल सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਵਡਭਾਗੀ ਗੁਰਮੁਖ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਰਾਤਰੀ ਦੇ ਦੀਵਾਨ 'ਚ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਨੇ ਬੜੇ ਪਿਆਰ ਨਾਲ ਆਪ ਜੀ ਨੂੰ ਸਰਵਣ ਕਰਾਇਆ। ਮਾਨਯੋਗ ਭਗਤ ਰਵਿਦਾਸ ਸਾਹਿਬ ਜੀ ਦੇ ਇਹ ਅਮੋਲ ਬਚਨ ਜੋ ਸੋਰਠ ਰਾਗ ਵਿੱਚ ਅੰਕਿਤ ਨੇ, ਆਪ ਜੀ ਦੇ ਨਾਲ ਮੈਂ ਸਾਂਝੇ ਕਰ ਰਿਹਾ ਸਾਂ। ਜਿਸ ਮੁੱਖ ਵਾਕ ਅੰਦਰ ਭਗਤ ਜੀ ਨੇ ਮਨੁੱਖਾ ਜਨਮ ਦੀ ਵਡਿਆਈ ਦੱਸਦਿਆਂ ਤੇ ਇਹਦੇ ਪ੍ਰਤੀ ਜੋ ਸਾਡੀ ਲਾਪਰਵਾਹੀ ਹੈ ਉਸ ਦਾ ਜ਼ਿਕਰ ਕੀਤਾ ਹੈ। ਗੁਰਬਾਣੀ 'ਚ ਵੀ ਅਤੇ ਹੋਰ ਧਰਮ ਗ੍ਰੰਥਾਂ ਵਿੱਚ ਵੀ ਮਨੁੱਖਾ ਜ਼ਿੰਦਗੀ ਨੂੰ ਬੜਾ ਦੁਰਲੱਭ ਕਿਹਾ ਗਿਆ ਹੈ। ਬਾਬਾ ਕਬੀਰ ਸਾਹਿਬ ਜੀ ਦਾ ਬਚਨ, ਕਬੀਰ ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੰਬਾਰ। ਜੋ ਬਨ ਫਲ ਪਾਕੇ ਭੋਏ ਗਿਰਹਿ, ਬਹੁ ਨਾ ਲਾਗੇ ਡਾਰ। ਮਨੁੱਖਾ ਜ਼ਿੰਦਗੀ ਇਵੇਂ ਹੈ ਜਿਵੇਂ ਜੰਗਲ 'ਚ ਕਿਸੇ ਦਰਖਤ ਨੂੰ ਫਲ ਲੱਗਿਆ, ਪੱਕਿਆ, ਕਿਸੇ ਨੇ ਉਸ ਨੂੰ ਖਾਧਾ ਨਹੀਂ, ਮਾਣਿਆ ਨਹੀਂ, ਉਹ ਪੱਕ ਕੇ ਧਰਤੀ 'ਤੇ ਡਿੱਗ ਪਿਆ, ਆਕਾਰ ਚਲਿਆ ਗਿਆ। ਮਨੁੱਖਾ ਜ਼ਿੰਦਗੀ ਇੱਕ ਦੁਰਲੱਭ ਫਲ ਹੈ, ਪਰ ਕਿਉਂਕਿ ਮਨੁੱਖ ਨੂੰ ਜ਼ਿੰਦਗੀ ਦੀ ਕੀਮਤ ਦਾ ਪਤਾ ਨਹੀਂ ਹੈ, ਮਨੁੱਖ ਨੇ ਇਹ ਚੀਜ਼ ਦਰਅਸਲ ਮੁੱਲ ਨਹੀਂ ਲਈ। ਜਿਹੜੀ ਚੀਜ਼ ਮੁੱਲ ਲਈ ਹੋਏ ਨਾ, ਆਪਾਂ ਕਾਰ ਮੁੱਲ ਲੈ ਲਈਏ, ਉਹਦਾ ਕਿੰਨਾ ਅਸੀਂ ਖਿਆਲ ਰੱਖਦੇ ਹਾਂ, ਸਮੇਂ ਸਿਰ ਸਰਵਿਸ ਕਰਾਉਂਦੇ ਹਾਂ। ਕਿਤੇ ਕੋਈ ਮਾੜੀ ਮੋਟੀ ਵੀ ਝਰੀਟ ਉਹਨੂੰ ਪਾ ਜੇ ਤੇ ਆਪਾਂ ਕਿੰਨੇ ਅੱਗ ਬਬੂਲੇ ਹੋ ਜਾਂਦੇ ਹਾਂ, ਕਿਉਂਕਿ ਉਹ ਮੁੱਲ ਲਈ ਹੈ ਚੀਜ਼। ਅਸੀਂ ਆ ਜੋੜੇ ਮੁੱਲ ਲਏ ਨੇ, ਕਿਤੇ ਗਵਾਚ ਜਾਣ ਤੇ ਅਸੀਂ ਐਵੇਂ ਬੇਖੁਆਰ ਜਿਹੇ ਹੋਏ ਫਿਰਦੇ ਹਾਂ। ਮਨੁੱਖਾ ਜ਼ਿੰਦਗੀ ਸਾਨੂੰ ਮੁਫਤ ਮਿਲੀ ਹੈ, ਮਨੁੱਖਾ ਜ਼ਿੰਦਗੀ ਦੁਰਲੱਭ ਹੈ। ਇਹੀ ਕਾਰਨ ਹੈ ਕਿ ਮਨੁੱਖ ਇਹਦੇ ਵੱਲੋਂ ਅਵੇਸਲ ਹੈ। ਮਨੁੱਖ ਇਹਦੀ ਕੀਮਤ ਨੂੰ ਨਹੀਂ ਜਾਣਦਾ, ਇਹਨੂੰ ਅਕਾਰਥ ਗਵਾ ਰਿਹਾ। ਜਿੰਨੀ ਮਹਾਨ ਜ਼ਿੰਦਗੀ ਹੈ
ਉਹਨਾਂ ਇਸ ਜ਼ਿੰਦਗੀ ਦਾ ਮਨੋਰਥ ਉਦੇਸ਼ ਬਹੁਤ ਉੱਚਾ ਸੀ। ਇਸ ਜ਼ਿੰਦਗੀ ਦਾ ਉਦੇਸ਼ ਸੀ ਕਿ ਪਰਮ ਅਰਥ ਨੂੰ ਪ੍ਰਾਪਤ ਹੋਣਾ, ਪਰਮ ਰਸ ਨੂੰ ਪ੍ਰਾਪਤ ਹੋਣਾ। ਉਹ ਪਰਮ ਰਸ ਨੂੰ ਤੇ ਮਨੁੱਖ ਤਾਂ ਮੰਨ ਸਕਦਾ ਸੀ ਜੇ ਕਿਤੇ ਜ਼ਿੰਦਗੀ ਦੀ ਵਡਿਆਈ ਨੂੰ ਜਾਣਦਾ, ਕਿਤੇ ਜ਼ਿੰਦਗੀ ਦਾ ਚਿੰਤਨ ਕਰਦਾ। ਜਿਹੜਾ ਕਿਹਾ ਗਿਆ ਕਿ ਗੁਰਬਾਣੀ ਪੜ੍ਹੋ, ਧਰਮ ਗ੍ਰੰਥ ਪੜ੍ਹੋ, ਇਹ ਸਭ ਕੁਝ ਕਰਨ ਦਾ ਸੀ ਕਿ ਇਹਨਾਂ ਦਾ ਚਿੰਤਨ ਕਰੋ, ਇਹਨਾਂ ਨੂੰ ਵਿਚਾਰੋ। ਇਹਨਾਂ ਦਾ ਚਿੰਤਨ ਹੀ ਤੁਹਾਨੂੰ ਆਤਮ ਚਿੰਤਨ ਵੱਲ ਲੈ ਜਾਏਗਾ। ਆਤਮ ਚਿੰਤਨ ਹੀ ਤੁਹਾਨੂੰ ਪਰਮਾਰਥ ਵੱਲ ਲੈ ਜਾਏਗਾ, ਪਰਮ ਰਸ ਵਿੱਚ ਵਿਲੀਨ ਕਰ ਦੇਵੇਗਾ। ਪਰ ਕਿਉਂਕਿ ਮਨੁੱਖ ਨੂੰ ਪਰਮ ਰਸ ਦੀ ਵਡਿਆਈ ਦਾ ਨਹੀਂ ਪਤਾ, ਜ਼ਿੰਦਗੀ ਦਾ ਨਹੀਂ ਪਤਾ, ਮਨੁੱਖ ਦੁਨਿਆਵੀ ਰਸਾਂ ਨੂੰ ਹੀ ਰਸ ਸਮਝੀ ਬੈਠਾ ਹੈ ਔਰ ਸੋਚਦਾ ਕਿ ਬਹੁਤ ਵੱਡਾ ਮਕਾਨ ਹੋਏਗਾ, ਜ਼ਿੰਦਗੀ ਦਾ ਆਨੰਦ ਆ ਜਾਏਗਾ, ਬਹੁਤ ਧਨ ਹੋਏਗਾ, ਜ਼ਿੰਦਗੀ ਦਾ ਆਨੰਦ ਆ ਜਾਏਗਾ, ਬਹੁਤ ਰੁਤਬਾ ਹੋਏਗਾ, ਜ਼ਿੰਦਗੀ ਦੇ ਵਿੱਚ ਮੈਨੂੰ ਸੁੱਖ ਮਿਲੇਗਾ। ਬੜੀ ਸੋਹਣੀ ਇੱਕ ਗੱਲ ਇੱਕ ਵਿਅਕਤੀ ਨੇ ਕਹੀ, ਕਹਿਣ ਲੱਗਾ ਕਿ ਜਿਹੜੀ ਤੁਹਾਡੀ ਜ਼ਿੰਦਗੀ ਹੈ ਨਾ, ਸਰੀਰ ਹੈ, ਸਰੀਰਕ ਤੰਦਰੁਸਤੀ ਕਹਿ ਲਓ ਜਾਂ ਜੀਵਨ ਕਹਿ ਲਓ, ਇਵੇਂ ਸਮਝ ਲਓ ਕਿ ਜ਼ਿੰਦਗੀ ਦਾ ਇੱਕ ਨੰਬਰ ਹੈ ਔਰ ਘਰ-ਬਾਰ ਜਿਹੜਾ ਇਹ ਜ਼ੀਰੋ ਲਾ ਲਓ, ਇੱਕ ਨਾਲ ਤੁਸੀਂ, ਉਹ ਹੈ ਜ਼ੀਰੋ ਪਰ ਨਾਲ ਲਗਾ ਲਓਗੇ 10 ਬਣ ਜਾਣਗੇ। ਹੋਰ ਕਾਰੋਬਾਰ ਨਾਲ ਲਗਾ ਲਓ, ਇੱਕ ਹੋਰ ਜ਼ੀਰੋ 100 ਬਣ ਜਾਏਗਾ। ਕੋਈ ਰੁਤਬਾ ਲਗਾ ਲਓ, ਨਾਲ ਜ਼ੀਰੋ 1000 ਬਣ ਜਾਏਗਾ। ਪਰਿਵਾਰ ਦਾ ਇੱਕ ਹੋਰ ਜ਼ੀਰੋ ਲਾ ਲਓ ਤੇ 10,000 ਬਣ ਜਾਏਗਾ। ਇੱਦਾਂ ਜ਼ੀਰੋ ਜੋੜੀ ਜਾਓ ਜਿੰਨੇ ਮਰਜ਼ੀ। ਪਰ ਜੇ ਉਹ ਜ਼ਿੰਦਗੀ ਵਾਲਾ ਇੱਕ ਲਾਂਭੇ ਹੋ ਗਿਆ ਤੇ ਬਾਕੀ ਸਭ ਕੁਝ ਅਕਾਰਥ ਹੀ ਹੈ, ਬਾਕੀ ਸਭ ਜ਼ੀਰੋ ਹੀ ਨੇ, ਉਹਨਾਂ ਦੀ ਕੋਈ ਵੈਲਿਊ ਨਹੀਂ ਹੈ। ਇਹ ਜੋ ਕੁਝ ਵੀ ਜਿਹਨੂੰ ਅਸੀਂ ਸੁੱਖ ਸਮਝਦੇ ਆ, ਇਹ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਤੁਹਾਡੇ ਕੋਲ ਜ਼ਿੰਦਗੀ ਹੈ। ਜ਼ਿੰਦਗੀ 'ਚ ਤੁਹਾਨੂੰ ਇਹ ਸਹੂਲਤ ਦੇ ਸਕਦੇ ਨੇ। ਗੁਰਬਾਣੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜ਼ਿੰਦਗੀ ਨੂੰ ਕਿਤੇ ਹੀਰੇ ਨਾਲ ਤੁਲਨਾ ਦਿੱਤੀ ਹੈ, ਜ਼ਿੰਦਗੀ ਨੂੰ ਕਿਤੇ ਸਤਿਗੁਰੂ ਜੀ ਨੇ ਪੌੜੀ ਨਾਲ ਤੁਲਨਾ ਦਿੱਤੀ ਹੈ, ਜ਼ਿੰਦਗੀ ਨੂੰ ਸਤਿਗੁਰੂ ਜੀ ਨੇ ਇੱਕ ਮਾਰਗ ਨਾਲ ਤੁਲਨਾ ਦਿੱਤੀ ਜਿੱਥੇ ਮੋਤੀ ਖਿਲਰੇ ਹੋਏ ਨੇ। ਕਬੀਰ ਮਾਰਗ ਮੋਤੀ ਬਿਖਰੇ, ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਜ਼ਿੰਦਗੀ ਇੱਕ ਉਹ ਰਸਤਾ ਹੈ ਜਿਹਦੇ ਤੇ ਮੋਤੀ ਖਿਲਰੇ ਹੋਏ ਨੇ, ਮੋਤੀ। ਪਰ ਕੋਈ ਅੱਖਾਂ ਤੋਂ ਹੀਣਾ ਬੰਦਾ ਕਈ ਵਾਰੀ ਰਸਤੇ ਤੇ ਤੁਰਿਆ ਜਾਏ ਤੇ ਮੋਤੀ ਵੀ ਪੈਰਾਂ ਹੇਠ ਮਧੋਲੀ ਜਾਂਦਾ। ਅਜੇ ਜਿਨ੍ਹਾਂ ਕੋਲ ਅੱਖਾਂ ਨਹੀਂ ਹੁੰਦੀਆਂ ਉਹਨਾਂ ਨੂੰ ਗਿਆਨ ਬੜਾ ਹੁੰਦਾ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੋਤੀ ਪੈਰਾਂ ਹੇਠ ਨੇ। ਬਹੁਤੀਆਂ ਗਲਤੀਆਂ ਅੱਖਾਂ ਵਾਲੇ ਕਰਦੇ ਨੇ, ਅੱਖਾਂ ਤੋਂ ਬਿਨਾਂ ਵਾਲੇ ਤੇ ਗਲਤੀਆਂ ਕਰਦੇ ਹੀ ਨਹੀਂ। ਸਗੋਂ ਦੇਖੋਗਾ ਨਾ, ਉਹਨਾਂ ਨੂੰ ਗਿਆਨ ਕਿੰਨਾ ਹੈ, ਉਹਨਾਂ ਨੂੰ ਸੋਝੀ ਕਿੰਨੀ ਹੈ। ਬਹੁਤ ਸਾਰੇ ਇਹੋ ਜਿਹੇ ਬੰਦੇ ਦੇਖੇ ਜਿਨ੍ਹਾਂ ਨੂੰ ਵਾਹਿਗੁਰੂ ਨੇ ਅੱਖਾਂ ਨਹੀਂ ਦਿੱਤੀਆਂ। ਮੈਂ ਕੈਲੀਫੋਰਨੀਆ ਯੂਨੀਵਰਸਿਟੀ ਇੱਕ ਸ਼ਹਿਰ ਹੈ, ਉੱਥੇ ਇੱਕ ਗੁਰਮੁਖਾਂ ਨੂੰ ਮਿਲਿਆ, ਅੱਖਾਂ ਨਹੀਂ ਵਾਹਿਗੁਰੂ ਨੇ ਉਹਨਾਂ ਨੂੰ ਦਿੱਤੀਆਂ, ਪਰ ਉਹਨਾਂ ਨੂੰ ਅੱਧਾ ਗੁਰੂ ਗ੍ਰੰਥ ਸਾਹਿਬ ਜੀ ਜ਼ੁਬਾਨੀ ਯਾਦ ਸੀ, ਅੱਧਾ ਗੁਰੂ ਗ੍ਰੰਥ ਸਾਹਿਬ। ਔਰ ਅਜੇ ਤੱਕ ਕਹਿੰਦੇ ਮੈਂ ਰੋਜ਼ ਕਰਦਾ ਹੀ ਰਹਿਣਾ, ਅੱਗੇ ਤੋਂ ਅੱਗੇ ਕਰਦਾ ਰਹਿਣਾ। ਹੁਣ ਸਾਡੇ ਕੋਲ ਅੱਖਾਂ ਨੇ, ਸਾਨੂੰ ਤੇ ਜਪਜੀ ਸਾਹਿਬ ਵੀ ਯਾਦ ਨਹੀਂ ਹੈ। ਸਾਡੇ ਕੋਲ ਅੱਖਾਂ ਨੇ, ਅਸੀਂ ਗੁਰਦੁਆਰੇ ਆ ਕੇ ਦੇਖਦੇ ਕਿ ਸਾਹਮਣੇ ਗੁਰੂ ਗ੍ਰੰਥ ਸਾਹਿਬ ਪ੍ਰਗਾਸ਼ਮਾਨ ਹੈ, ਸਾਹਮਣੇ ਕੋਈ ਗੁਰੂ ਦੀ ਗੱਲ, ਅਸੀਂ ਫਿਰ ਵੀ ਲੁਕ ਕੇ ਗੱਲਾਂ ਹੀ ਕਰੀ ਜਾਂਦੇ ਹਾਂ। ਇਹਦਾ ਮਤਲਬ ਕਿ ਅੱਖਾਂ ਹੁੰਦਿਆਂ ਵੀ ਅਸੀਂ ਅੰਨੇ ਹਾਂ, ਅੱਖਾਂ ਹੁੰਦਿਆਂ ਹੋਇਆਂ ਵੀ ਅਸੀਂ ਇਹਨਾਂ ਅੱਖਾਂ ਨੂੰ ਜਾਣਦੇ ਹੀ ਨਹੀਂ ਕੀ ਹੈ। ਭਗਤ ਸਾਹਿਬ ਜੀ ਕਹਿੰਦੇ ਨੇ ਕਿ ਨਾ ਵਿਚਾਰਿਓ ਰਾਜਾ ਰਾਮ ਕੋ ਰਸ, ਜੇ ਰਸ ਅਨ ਰਸ ਵਿਚਰ ਜਾਹੀ। ਮਨੁੱਖ ਨੇ ਆਪਣੀ ਜ਼ਿੰਦਗੀ ਅੰਦਰ ਪਰਮਾਤਮਾ ਦੇ ਰਸ ਨੂੰ ਸਮਝਿਆ ਹੀ ਨਹੀਂ ਹੈ, ਰਸ ਨੂੰ ਮਾਣਿਆ ਹੀ ਨਹੀਂ ਕਿ ਉਹਦੀ ਵਡਿਆਈ ਕੀ ਹੈ। ਜਿਸ ਰਸ ਦੇ ਆਉਣ ਦੇ ਨਾਲ ਇਹਦੇ ਹੋਰ ਅਨ ਰਸ ਵਿਸਰਨੇ ਸਨ। ਦੁਨੀਆ ਦੇ ਜਿੰਨੇ ਰਸ ਨੇ ਉਹ ਮਨੁੱਖ ਦੇ ਲਈ ਦੁੱਖਾਂ ਦਾ ਕਾਰਨ ਨੇ। ਸਾਡੀ ਜ਼ਿੰਦਗੀ 'ਚ ਵੈਸੇ ਰੱਬ ਨੇ ਕੋਈ ਦੁੱਖ ਨਹੀਂ ਬਣਾਇਆ। ਦੁੱਖ ਕਿੱਥੋਂ ਪੈਦਾ ਹੁੰਦਾ ਹੈ? ਕਿਤੇ ਕੋਈ ਅੱਖਾਂ ਦਾ ਰਸ ਆ ਗਿਆ, ਅੱਖਾਂ ਮਗਰ ਲੱਗ ਕੇ ਤਾਂ ਦੁਖੀ ਆ, ਕੰਨ ਰਸ ਕਰਕੇ ਅਸੀਂ ਦੁਖੀ ਆ, ਜਿਹਵਾ ਦੇ ਰਸ ਕਰਕੇ ਆਪਾਂ ਦੁਖੀ ਆ। ਸਤਿਗੁਰੂ ਜੀ ਨੇ ਕਿਹਾ ਸੀ ਕਿ ਜਿੰਨੇ ਰਸ ਮਰਜ਼ੀ ਮਾਣ ਲਓ ਪਰ ਮਨ ਦੀ ਤ੍ਰਿਪਤੀ ਨਹੀਂ ਹੋਣੀ, ਮਨ ਦੀ ਭੁੱਖ ਨਹੀਂ ਮਿਟਣੀ। ਔਰ ਮਨੁੱਖ ਦੇ ਅੰਦਰ ਇੱਕ ਭੁੱਖ ਹੈ, ਇੱਕ ਤੜਫ ਹੈ ਕਿ ਉਹਨੂੰ ਕਿਤੇ ਪਰਮ ਰਸ ਮਿਲ ਜਾਏ, ਉਹਨੂੰ ਕਿਤੇ ਪਰਮ ਸੁੱਖ ਮਿਲ ਜਾਏ, ਉਹਨੂੰ ਕਿਤੇ ਉਹ ਆਨੰਦ ਮਿਲ ਜਾਏ ਜਿਸ 'ਚ ਜਾ ਕੇ ਕੋਈ ਦੁੱਖ ਉਹਨੂੰ ਵਿਆਪੇ ਹੀ ਨਾ। ਇਹ ਭੁੱਖ ਹੈ ਮਨੁੱਖ ਦੇ ਅੰਦਰ। ਪਰ ਮਨੁੱਖ ਦੇ ਕੋਲ ਗਿਆਨ ਨਹੀਂ ਹੈ। ਜਿੱਥੇ ਜ਼ਿੰਦਗੀ ਮਹਾਨ ਹੈ ਉੱਥੇ ਜ਼ਿੰਦਗੀ ਦਾ ਗਿਆਨ ਵੀ ਤੇ ਹੋਣਾ ਚਾਹੀਦਾ ਹੈ। ਭਗਤ ਜੀ ਦਾ ਇੱਕ ਹੋਰ ਬੜਾ ਪਿਆਰਾ ਬਚਨ ਸੋਰਠ ਰਾਗ ਵਿੱਚ ਅੰਕਿਤ ਹੈ, ਜਿੱਥੇ ਉਹ ਕਹਿੰਦੇ ਨੇ ਮਿਰਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼, ਪੰਚ ਦੋਖ ਅਸਾਧ ਜਾਮੇ ਤਾਂ ਕੀ ਕੇਤਕ ਆਸ।
ਉਹ ਹੋਰਨਾਂ ਜੂਨਾਂ ਦੀਆਂ ਉਦਾਹਰਨਾਂ ਦੇ ਕੇ ਕਹਿੰਦੇ ਕਿ ਇੱਕ ਇੱਕ ਇਹਨਾਂ ਨੂੰ ਦੋਖ ਹੈ ਤੇ ਇਹ ਮਾਰੇ ਜਾਂਦੇ। ਮਨੁੱਖ ਦੇ ਵਿੱਚ 5 ਦੋਖ ਨੇ। ਉੱਥੇ ਭਗਤ ਜੀ ਨੇ ਅਖੀਰ ਤੇ ਇੱਕ ਗੱਲ ਕਹੀ ਹੈ, ਤਪਨ ਤਪ ਗੁਰ ਗਿਆਨ, ਕਿ ਬੰਦਿਆ ਜੇ ਤੂੰ ਆਪਣੀ ਜ਼ਿੰਦਗੀ ਦੀ ਵਡਿਆਈ ਨੂੰ ਜਾਣਨਾ ਚਾਹੁੰਦਾ, ਇਹ ਮਨੁੱਖਾ ਜ਼ਿੰਦਗੀ ਦਾ ਸਮਾਂ ਦੁਰਲੱਭ ਹੈ। ਤ੍ਰਿਗਤ ਜੋਨ ਅਚੇਤ ਸੰਭੂ ਪੁੰਨ ਪਾਪ ਅਸੋਚ, ਮਨੁੱਖ ਅਵਤਾਰ ਦੁਰਲੱਭ ਦੇਹੀ ਤੇ ਹੀ ਸੰਗਤ ਪੋਚ। ਕਿ ਹੋਰ ਜਿਹੜੀਆਂ ਜੂਨਾਂ ਨੇ ਉਹਨਾਂ ਕੋਲ ਚੇਤਨਾ ਨਹੀਂ ਹੈ, ਉਹ ਪਾਪ ਕਰਨ ਤੇ ਆਪਾਂ ਮੰਨਦੇ ਆ ਕਿਉਂ ਕਰਦੇ ਨੇ। ਪੁੰਨ ਪਾਪ ਅਸੋਚ, ਅਚੇਤ ਨੇ, ਉਹਨਾਂ ਕੋਲ ਚੇਤਨਾ ਨਹੀਂ ਹੈ। ਉਹ ਪੁੰਨ ਪਾਪ ਕਰ ਸਕਦੇ ਨੇ, ਉਹ ਔਗਣ ਕਰਨ, ਉਹ ਬੁਰਾਈਆਂ ਕਰਨ ਆਪਾਂ ਮੰਨਦੇ ਆ। ਪਰ ਮਨੁੱਖ ਅਵਤਾਰ, ਮਨੁੱਖਾ ਜ਼ਿੰਦਗੀ ਜਿਹੜੀ ਹੈ ਤੇ ਦੁਰਲੱਭ ਹੈ। ਪਰ ਮਨੁੱਖ ਵੀ ਉਸੇ ਰਾਹ ਤੁਰ ਪਿਆ ਹੈ। ਜੋ ਪਸ਼ੂ ਕਰਦੇ ਮਨੁੱਖ ਨੇ ਉਹੀ ਕੁਝ ਕਰਨਾ ਸ਼ੁਰੂ ਕਰਤਾ ਹੈ। ਮਨੁੱਖ ਫਿਰ ਕਹਿੰਦਾ ਜੀ ਮੈਂ ਤੇ ਸਭ ਤੋਂ ਵੱਡਾ ਹਾਂ। ਕੋਈ ਸਰੀਰ ਕਰਕੇ ਵੱਡਾ ਨਹੀਂ ਹੁੰਦਾ, ਕੋਈ ਮਾਇਆ ਕਰਕੇ ਵੱਡਾ ਨਹੀਂ ਹੁੰਦਾ। ਵੱਡਾ ਤੇ ਮਨੁੱਖ ਹੁੰਦਾ ਕਰਨੀ ਕਰਕੇ। ਬਾਬਾ ਨਾਨਕ ਜੀ ਨੂੰ ਪੁੱਛਿਆ ਸੀ, ਪੁੱਛਣ ਖੋਲ ਕਿਤਾਬ ਨੂੰ, ਵੱਡਾ ਹਿੰਦੂ ਹੈ ਕਿ ਮੁਸਲਮਾਨ ਹੋਈ? ਤੇ ਸਤਿਗੁਰੂ ਜੀ ਨੇ ਕਿਹਾ ਸੀ, ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ। ਗੁਰੂ ਕੇ ਕੀਰਤਨੀਆਂ ਨੇ ਬੜਾ ਪਿਆਰਾ ਬਚਨ ਸੁਣਾਇਆ ਗੁਰੂ ਅਰਜਨ ਦੇਵ ਜੀ ਦਾ, ਕੌਣ ਵੱਡਾ ਮਾਇਆ ਵਡਿਆਈ। ਕੋਈ ਧਨ ਨਾਲ, ਦੌਲਤ ਨਾਲ, ਰੁਤਬੇ ਨਾਲ ਕੋਈ ਵੱਡਾ ਨਹੀਂ ਬਣ ਜਾਂਦਾ। ਵੱਡਾ ਤੇ ਮਨੁੱਖ ਉਦੋਂ ਹੈ ਜਦੋਂ ਅੰਦਰੋਂ ਦੇ ਗੁਣ ਹੋਣ, ਅੰਦਰੋਂ ਵੱਡਾ ਹੋਵੇ। ਤੇ ਭਗਤ ਜੀ ਕਹਿੰਦੇ ਜੇ ਆਪਾਂ ਇਹ ਮਨੁੱਖਾ ਜਨਮ ਜਿਹੜਾ ਦੁਰਲੱਭ, ਇਹਦੀ ਵਡਿਆਈ ਨੂੰ ਜਾਣਨਾ ਹੈ, ਫਿਰ ਤਪਨ ਤਪ ਗੁਰ ਗਿਆਨ, ਜ਼ਿੰਦਗੀ ਅੰਦਰ ਗੁਰੂ ਕੇ ਗਿਆਨ ਨੂੰ ਪ੍ਰਾਪਤ ਕਰਤਾ ਯਤਨ ਕਰੋ। ਇਹ ਭਗਤ ਰਵਿਦਾਸ ਜੀ ਦਾ ਬਚਨ ਹੈ। ਭਗਤਾਂ ਦੇ ਪ੍ਰਥਾਏ ਬੜੀਆਂ ਕਹਾਣੀਆਂ ਪ੍ਰਚਲਿਤ ਨੇ, ਸੁਣਾਈਆਂ ਜਾਂਦੀਆਂ ਕਿ ਭਗਤਾਂ ਨੇ ਮੂਰਤੀ ਨੂੰ ਪੂਜਿਆ, ਭਗਤਾਂ ਨੇ ਫਲਾਣੇ ਨੂੰ ਪੂਜਿਆ, ਫਲਾਣੇ ਨੂੰ ਪੂਜਿਆ। ਹੁਣ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ ਨੇ, ਕਹੇ ਰਵਿਦਾਸ ਉਦਾਸ ਤਾਜ ਤਜ ਭ੍ਰਮ ਤਪਨ ਤਪ ਗੁਰ ਗਿਆਨ, ਕਿ ਜ਼ਿੰਦਗੀ ਅੰਦਰ ਇਸ ਭਰਮ ਭਟਕਣਾ ਤੋਂ ਮੁਕਤ ਹੋਣਾ ਹੈ ਤੇ ਗੁਰੂ ਦੇ ਗਿਆਨ ਨੂੰ ਪ੍ਰਾਪਤ ਕਰ, ਗੁਰੂ ਕੇ ਗਿਆਨ ਸਰ ਜ਼ਿੰਦਗੀ ਬਤੀਤ ਕਰ। ਭਗਤ ਜੀ ਇੱਥੇ ਵੀ ਕਹਿੰਦੇ ਕਿ ਦੁਰਲਭ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅਬਬੇਕ ਹੈ। ਇਹ ਮਨੁੱਖਾ ਜ਼ਿੰਦਗੀ ਵੱਡੇ ਭਾਗਾਂ ਨਾਲ ਮਿਲੀ ਹੈ। ਪੁੰਨ ਫਲ ਆਪਾਂ ਅਕਸਰ ਆਮ ਲੋਕਾਂ ਦਾ ਇਹ ਖਿਆਲ ਹੈ ਕਿ ਪੂਰਲੇ ਜਨਮਾਂ 'ਚ ਅਸੀਂ ਕੋਈ ਵਧੀਆ ਕਰਮ ਕੀਤੇ ਤੇ ਤਾਂ ਸਾਨੂੰ ਇਹ ਜ਼ਿੰਦਗੀ ਮਿਲੀ ਹੈ। ਪਰ ਸਵਾਲ ਇਹ ਹੈ ਕਿ ਉਹ ਕਰਮ ਆਪਾਂ ਕਿਹੜੀ ਜ਼ਿੰਦਗੀ 'ਚ ਕੀਤੇ ਨੇ, ਉਦੋਂ ਕੀ ਸੀ ਅਸੀਂ ਜਦੋਂ ਕੀਤੇ ਸੀ, ਕੋਈ ਪਤਾ ਨਹੀਂ ਹੈ ਕਿਸੇ ਨੂੰ। ਇਹ ਤੇ ਵਾਹਿਗੁਰੂ ਜੀ ਦੀ ਬਖਸ਼ਿਸ਼ ਹੋ ਗਈ। ਸਾਡੇ ਐਵੇਂ ਕਹਿ ਲਓ ਭਾਗ ਜਾਗ ਪਏ, ਸਾਨੂੰ ਇਹ ਫਲ ਮਿਲ ਗਿਆ ਜ਼ਿੰਦਗੀ ਦਾ। ਪਰ ਇੰਨੀ ਮਹਾਨ ਜ਼ਿੰਦਗੀ ਜਿਹੜੀ ਦੁਰਲੱਭ ਹੈ, ਜਿਹੜੇ ਵੱਡੇ ਭਾਗਾਂ ਕਰਕੇ ਮਿਲੀ ਹੈ, ਬਿਰਥਾ ਜਾਤ ਅਬਬੇਕ ਹੈ। ਅਬਬੇਕ ਹੁੰਦਾ ਹੈ ਅਗਿਆਨਤਾ। ਭਗਤ ਜੀ ਨੇ ਉਹ ਸ਼ਬਦ ਅੰਦਰ ਜਿੱਥੇ ਗਿਆ ਨਾ ਕਿ ਪੰਚ ਦੋਖ ਅਸਾਧ ਜਾਮੈ ਤਾਕੀ ਕੇਤਕ ਆਸ, ਉੱਥੇ ਆਪਣੀ ਸਾਡੀ ਮਨੁੱਖਾਂ ਦੀ ਹਾਲਤ ਦੱਸਦੇ ਆ ਕਿ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਹੈ ਪ੍ਰਮਾਤਮਾ, ਅਸੀਂ ਤੇ ਅਗਿਆਨਤਾ ਨੂੰ ਹੀ ਜੱਫਾ ਮਾਰਿਆ ਪਿਆ। ਅਗਿਆਨਤਾ ਨਾਲ ਸਾਡਾ ਪਿਆਰ ਹੈ। ਸਾਡਾ ਜਿਹੜਾ ਵਿਵੇਕ ਦਾ ਦੀਵਾ ਹੈ ਨਾ, ਉਹ ਮੈਲਾ ਹੋ ਗਿਆ। ਦੀਵਾ ਹਰ ਮਨੁੱਖ ਦੇ ਅੰਦਰ ਜਗਦਾ ਹੈ, ਹਰ ਮਨੁੱਖ ਦੇ ਅੰਦਰ ਰੱਬੀ ਜੋਤ ਹੈ, ਹਰ ਮਨੁੱਖ ਦੇ ਅੰਦਰ ਗਿਆਨ ਹੈ, ਲੇਕਿਨ ਉਹ ਮਲੀਨ ਹੋ ਗਿਆ। ਜਿਵੇਂ ਲੈਂਪ ਦਾ ਸ਼ੀਸ਼ਾ ਮੈਲਾ ਹੋ ਜਾਂਦਾ ਹੈ, ਉਹਦਾ ਚਾਨਣ ਹੀ ਬਾਹਰ ਨਹੀਂ ਆਉਂਦਾ, ਉਹਦੀ ਲਾਈਟ ਵੀ ਸਾਨੂੰ ਨਜ਼ਰ ਨਹੀਂ ਆਉਂਦੀ, ਜੋਤ ਜਗਦੀ ਨਹੀਂ ਨਜ਼ਰ ਆਉਂਦੀ। ਪਰ ਜਦੋਂ ਉਹਨੂੰ ਸਾਫ਼ ਕਰ ਲਈਏ ਫਿਰ ਪਤਾ ਲੱਗਦਾ ਹੈ, ਉਹਦਾ ਪ੍ਰਕਾਸ਼ ਵੀ ਬਾਹਰ ਆ ਜਾਂਦਾ ਹੈ। ਭਗਤ ਜੀ ਕਹਿੰਦੇ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਸਾਡਾ ਜਿਹੜਾ ਵਿਵੇਕ ਦਾ ਦੀਵਾ ਉਹ ਮੈਲਾ ਹੋ ਚੁੱਕਾ ਹੈ। ਜਿੰਨਾ ਚਿਰ ਅੰਦਰ ਵਿਵੇਕ ਮਤ ਪੈਦਾ ਨਹੀਂ ਹੁੰਦੀ, ਉਹਨਾਂ ਚਿਰ ਅਸੀਂ ਜ਼ਿੰਦਗੀ ਦੀ ਵਡਿਆਈ ਨੂੰ ਸਮਝ ਹੀ ਨਹੀਂ ਸਕਦੇ। ਉਹ ਵਿਵੇਕ ਮਤ ਪੈਦਾ ਹੋਣੀ ਹੈ ਜਦੋਂ ਅਸੀਂ ਆਤਮ ਚਿੰਤਨ ਕਰਾਂਗੇ। ਆਤਮ ਚਿੰਤਨ ਅਸੀਂ ਤਾਂ ਕਰਾਂਗੇ ਜੇ ਆਪਾਂ ਗੁਰਬਾਣੀ ਦਾ ਚਿੰਤਨ ਕਰਾਂਗੇ, ਗੁਰਬਾਣੀ ਦੇ ਨਾਲ ਜੁੜਾਂਗੇ, ਗੁਰੂ ਕੇ ਬਚਨਾਂ ਦੇ ਨਾਲ ਜੁੜਾਂਗੇ। ਜਿਹਦੀ ਗੱਲ ਭਗਤ ਜੀ ਨੇ ਕਿ ਤਪਨ ਤਪ ਗੁਰ ਗਿਆਨ, ਕਿ ਗੁਰੂ ਕੇ ਬਚਨਾਂ ਅਨੁਸਾਰ ਜ਼ਿੰਦਗੀ ਅੰਦਰ ਤਪ ਕਰ, ਭਾਵ ਉਹਨੂੰ ਜ਼ਿੰਦਗੀ ਅੰਦਰ ਧਾਰਨ ਕਰ। ਭਗਤ ਜੀ ਕਹਿੰਦੇ ਮਨੁੱਖਾ ਜਨਮ ਦੁਰਲੱਭ ਹੈ, ਵੱਡੇ ਭਾਗਾਂ ਨਾਲ ਮਿਲੇ ਹੈ, ਪਰ ਬਿਰਥਾ ਜਾਤ ਅਬਬੇਕ ਹੈ। ਅਗਿਆਨਤਾ ਕਰਕੇ ਬਿਰਥਾ ਹੀ ਤੁਰਿਆ ਜਾ ਰਿਹਾ ਹੈ। ਕਿਵੇਂ ਬਿਰਥਾ ਤੁਰਿਆ ਜਾ ਰਿਹਾ ਕਿ ਮਨੁੱਖ ਸਾਰੀ ਜ਼ਿੰਦਗੀ ਸੋਚਦਾ ਹੈ ਕਿ ਦੁਨਿਆਵੀ ਤੌਰ ਤੇ ਬਹੁਤ ਧਨ ਹੋਏਗਾ, ਬਹੁਤ ਵੱਡਾ ਘਰ ਹੋਏਗਾ, ਬਹੁਤ ਵੱਡਾ ਰੁਤਬਾ ਹੋਏਗਾ ਤੇ ਮੈਂ ਸ਼ਾਇਦ ਜ਼ਿੰਦਗੀ 'ਚ ਮਹਾਨ ਬਣ ਜਾਵਾਂਗਾ। ਤੇ ਭਗਤ ਜੀ ਕਹਿੰਦੇ ਰਾਜੇ ਇੰਦਰ ਸਮਸਰ ਗ੍ਰਹਿ ਆਸਨ। ਇੱਕ ਪੁਰਾਣਾ ਦੇ ਅੰਦਰ ਦੇਵਤਿਆਂ ਦੀ ਜਦੋਂ ਕਲਪਨਾ ਕੀਤੀ ਤੇ ਉਹਨਾਂ ਕਿਹਾ ਕਿ ਦੇਵਤਿਆਂ ਦਾ ਰਾਜਾ ਇੰਦਰ ਹੈ, ਜਿਹੜਾ ਸਵਰਗਾਂ ਦਾ ਮਾਲਕ ਹੈ। ਤੇ ਭਗਤ ਜੀ ਕਹਿੰਦੇ ਭਾਵੇਂ ਇੰਦਰ ਵਰਗੇ ਵੀ ਰਾਜ ਮੰਦਰ ਬਣ ਜਾਣ, ਰਾਜੇ ਇੰਦਰ ਸਮਸ਼ਰ ਗ੍ਰਹਿ ਆਸਨ। ਮਨੁੱਖ ਦਾ ਘਰ ਬਾਹਰ
इंद्र वर्गा भावें बन जाए, इंद्र नूं स्वर्गां दा राजा कहा जाता है, पर इंद्र का इतिहास पढ़ के देखो ना, जो गुरबाणी चों सानूं मिलदा जां होर पुराणां दीयां कथा कहानियां चों, इंद्र का इतिहास यही है, गौतम तपा अहल्या स्त्री ते देख इंद्र लुभाया, सहस श्री चेहन सहज श्री चेहन पग हुए तावन पछोताया। यही है ना ਉਹਦੀ करनी, ਜਿਹੜਾ सारी जिंदगी ਝੂਰਦਾ ही रहा, ਵੱਡੇ ਘਰਾਂ ਚ ਰਹਿੰਦਿਆਂ ਹੋਇਆਂ भी वो कलंक लगा के चलिया गया, वो कोई मान लैके नहीं गया। बाबा रविदास साहब जी कहते मनुख भावें इंद्र वर्गा राजा क्यों ना बन जाए, ਉਹਦੇ ਵਰਗੇ कोई स्वर्गां दे राज महल क्यों ना आ जाण, पर वो किहड़े लेखे ने, ਉਹਦੇ चों मिलेगा की, ਉਹਦੇ को सुख मिलेगा। बिन हर भगत कहो के लेखे, रब की बंदगी तो बिना का अर्थ ही की इन्हां चीज़ों का, ये सब अकार्थ ने। साहब जी कहते नाम विचारियो राजा राम को रस, जे रस अन रस बिसर जाही। मनुख ने दुनियावी रसां दे नाल ते सांझ पा लई, दुनियावी चस्कियां विच तां पै गया कि यह चाहिदा है, पर इन्हें कदी राम रस नूं जानन दा यतन नहीं कीता। गुरबाणी कहंदी बंदिया तू दुनिया दे बड़े रस माने ने, अजे तक ते सुखी होया ही नहीं। अज तुसी कोई रस मान लो, होर मानण नूं जी करदा, अज कीमती कपड़ा पा लो, होर कीमती पाउण नूं जी करदा, अज कोई वधिया चीज़ लै लो, होर वधिया लैण नूं जी करदा, अज जिहड़ी वधिया कल नूं घटिया हो जांदी है। ते सतगुरु जी कहंदे कदी रब दे रस नाल भी जुड़ के देख, आन रसा जेते तैं चाखे, निमख न तृष्णा तेरी लाथे, हर रस का तू चाखे साध, चाखत होए रहें बिस्माद। बड़े रस चख के देख ले तू, कदी राम दे रस नूं, प्रभु दे रस नूं, परमात्मा दे प्यार नूं मान के देख। जे किते तू मान ले, क्योंकि रब रब आपां सारे करदे हां, चलो चंगी गल है, रब दे नां ते बहुत कुछ साडे आले दुआले हो रहा जां असीं भी करदे हां, चंगी गल है, पर जिथों तक आपां की कि रब दे प्रेम दे रस नूं माणिया, वो ते वडभागीआं ने माणिया है ना, वो हर कोई नहीं मानदा। केवल रब रब कहण दे नाल रस नहीं बनदा, उत्ते जदों साडी सुरत साडा मन जिहड़ा परमात्मा दे प्यार जुड़ेगा, इवें कह लो कनैक्शन जुड़ेगा, जदों असीं उस रस नूं मान लवांगे, पुंच लवांगे, सतगुरु साहिब जी कहंदे असीं बिस्माद विच चले जावांगे। बाबा रविदास साहिब जी कहंदे फिर दुनिया दे रस भुल ही जाणगे, फिर दुनिया के रसां तो मनुख उच्चा उठ जाएगा, दुनिया के रसां की परवाह नहीं करेगा। जिन्हों ये प्रेम रस आ गया है वह दुनियावी राजगद्दियां की परवाह नहीं करता। भगत जी के अगे बड़ियां उस वेले दे लोगों ने लालच भी दिते सन। एक आम उन्होंने जिंदगी की कथा होंदी है कि एक साधु आ गया, उन्हें एक पत्थर दिता जिन्होंने पारस पत्थर कहते हैं। भगत जी को कहन लगा कि तुसीं देखो जुत्तियां गणदे हो, क्योंकि आम समाज के अंदर किरत के नाम से भी वड्डे छोटे मनुख नूं गिणिया गया। ये साडे मुल्क की बदकिस्मती है कि किरत के नाम से माड़ी किरत है, चंगी किरत है। बंदा कहते बाहर चल जाए ना, माफ करना, उत्थे जुत्तियां दा गंढण दा काम करे तो $50 एक जुत्ती गंढे में कहना गामी बड़ा सोहना है। तो इत्थे सानूं माड़ा लगता है, उत्थे कोई काम मिल जाए कहने ते काम बड़ा सोहना है। ये सिर्फ तो सिर्फ धारणा साडे मुल्क के अंदर कि आह काम माड़ा है, यह काम चंगा है, यह जात उच्ची है, यह जात नीवी है, यही साडे मुल्क की सोच गुलामी का कारण बनी। ये मानसिक तौर पर मनुख के अंदर हीन भावना भरी गई काम के नां ते। बाबा रविदास जी को कहन लगा वो साधु कि आ पत्थर लै लो तो ये नाल तुसीं जिन्ना मर्जी सोना बनाई जाओ, धात नूं लगाओगे तो सोना बन जाएगा। हुण भगत जी जिन्हां ने राम रस नूं माणिया, आनंद नूं माणिया, उन्होंने पता कि इन्हां चीज़ां दा अर्थ ही कोई नहीं जिंदगी के अंदर। सोना खाना थोड़ा है मनुख ने, सोना जिन्ना मर्जी हो जाए। एक अहंकार तो पैदा हो सकता है। भगत जी कह लगे मैनू लोड़ नहीं है, जो जबरदस्ती देना चाहा तो भगत जी कहते रख दे किते इत्थे। उन्हें उन्होंने जो छन सी, कुल्ली सी, छपरी सी, वो टंगता। साल को बाद आ गया ये देखने लिए कि बाबा उन्हें पैसे बना लिए होने, घर बना लिया होएगा, पर वही छन उवी है। पुछन लगा तुहानू पत्थर दिता सी, कहंदे जिथे रखिया देख लै। ये उन्हां दी गल है जिन्हां ने राम रस नूं मान लिया, जिहड़े हर रस विच लिवलीन हो गए ने। दुनिया के रस उन्होंने लुभा नहीं सकते। गुरु हरगोबिंद साहिब जी महाराज आगरे के स्थान पर विराजमान ने। एक बने जहांगीर है, एक बने सतगुरु जी, एक गुरु का किरती सिख, गुरु के प्यार वाला सिख, जिन्हें गुरु के दीदार नहीं किए पर गुरु का प्यार है। गुरु के दीदार कर लिए आया, आउन लगा, कहने लगा चलो घाह ही सतगुरु जी के घोड़ियां लिए लै जाओ, खोद के ले आया। पुल भुलेखे नाल जहांगीर के तंबू चलिया गया। बाहर घाह की पंड रख के जहांगीर अगे एक टका रख के कहन लगा सच्चे पातशाह जमन मरण तो बचा लो, अपने चरणों नाल जोड़ लो।
जहांगीर कहने लगा सिखा कि तू गुरु हरगोबिंद साहब जी कोल तो नहीं सी जाना। कहने लगा तुम सच्चे पातशाह नहीं? कहने लगा नहीं, उन्हों का डेरा अगे है, मैं तो दिल्ली का बादशाह। मंगला को धन चाहिए, दौलत चाहिए, की चाहिए? सिख ने टका चुक लिया। हुण वो सिख जी के अंदर प्यार है, आर्थिक तौर पर कोई वड्डा नहीं है, महान नहीं है। जिहड़ा घाह खोत के सतगुरु जी को लिया रहा है, एक टका लिया रहा है, आर्थिक तौर पर आप कह सकते सधारण है। लेकिन जहांगीर कहना कोई धन दौलत चाहिए तेनू लै ला, लेकिन सिख ने बड़ी बेपरवाही न टका चुके है। तो जहांगीर कहता बादशाह अगे नजराना रख के चुकन का तेन पता की फल होंदा है। ते सिख जिहड़ा रस नूं माणिया, जिन्हें आत्म बादशाही नूं जाणिया, कहण लगा कि जिहड़ा बादशाह प्रजा की मंग ही नहीं पूरी कर सकता, वह नजराने का हकदार ही नहीं है। ये उन्हां दी बेपरवाही जिन्ना राम रस नूं माणिया। गुरु बाबा रविदास साहब जी कहते ने ना विचारियो राजा राम को रस, जे रस अन रस बिसर जाही। ये दुनियावी चस्कियां की कैद तो ते तां मुक्त होना सी, बंधना तो ते तां मुक्त होना है जे किते राम रस नूं चख के देखदा बंदा। पर चखण वाल ते मन जांदा ही नहीं ना। असीं घरों तुरदे हाँ कि चलो गुरुद्वारे जाने हाँ, ये साडे वड्डे भाग ने कि सोहणे सोहणे गुरुद्वारे वाहिगुरू जी ने सानूं दित्ते ने, संगतां ने उद्यम करके बनाए ने। पर ये जुड़न दे लई ने, ये रस लैण दे लई ने। पर असीं गुरुद्वारे आके भी सोचते हैं कि पिछे जे बैठी है, किते गल गुल करन दा मौका मिल जाए, किते रस आ ना जाए। इत्थे भी दुनिया सानूं भुल्लदी नहीं है। इहदा मतलब कि सानूं रस नहीं आउंदा गुरुद्वारे आके। जे रस आए, देखो ना किते सिनेमे हाल च बैठे हो तो रस आउंदा, कोई बोले तो आप कहने बाहर कढ दिओ। इत्थे कदी होया कि कोल कोई बैठा गल्लां करे, आप कहने भाई उठ के बाहर चल जा, आप कहने चल करदा ते करी जांदे, आपां की लैणा, ना वो जुड़े ना आपां जुड़ना। गुरुद्वारे आउण दी अजे तक सानूं जाच ही नहीं आई। गुरुद्वारे बना लए असीं, गुरुद्वारियां च असीं चाहुंदे कि वधिया तो वधिया कीर्तन होना चाहिए, पर वधिया सुनने वाले भी तो चाहिए ने, जिहड़े एकाग्रचित होकर बैठ सकन, जिहड़े होरनां नूं भी बिठाउण। इत्थे ड्यूटी बिठाउण दी कोई कल्ली ग्रंथी ਸਿੰਘਾਂ ਦੀ ਜਾਂ सेवादारां ਦੀ नहीं, साडी सारियां दी है। गुरुद्वारा साडा है, इत्थे असीं रस लैण लई आउणे। पर जिन्ना चिर सानूं बाणी दा रस नहीं आएगा, उन्ना चिर असीं दुनियावी रसां तो टुटांगे ही नहीं। सानूं उही गल्लां भावें पिछे भी कोई करदा होएगा, साडा ध्यान उधर जाएगा। भगत जी कहणगे साडी हालत यह है कि जान अजान पे हम बावर, सोच असोच दिवस जाई। असी जानदे हां बुझदे हां, पंगले होए बैठे हैं, बावरे होए बैठे हैं, मूर्ख होए बैठे हैं। सानूं पता है कि अज तक ये धन नूं नाल कोई नहीं लै गया। साडे आंढ गुआंढ बड़े गए ने धनवान, जिन्हां ने बड़े चंगे माड़े तरीकिਆਂ ਦੇ ਨਾਲ बहुत धन इकट्ठा कीता सी। साडीਆਂ ਅੱਖਾਂ ਦੇ सामने बहुत हो गए ने जिन्हां ने दुनिया ते जायज नजायज काम करके बड़े उच्चे उच्चे रुतबे लै लए सन, बहुत कुछ इकट्ठा कर लिया सी। पर जान लग्या वो खाली हथ गए, कुछ नहीं नाल लै गए। सानू पता है जान अजान, जानदियां होइयां भी असीं अणजाण बने बैठे हैं। ये सारियां नूं पता कि किसी ने कुछ नहीं नाल लै जाना। ये सानू पता है कि साडा ते शरीर भी नाल नहीं जाना। लेकिन जानदियां होइयां जान अजान पे हम बावर, जानदियां बुझदियां समझदियां असीं बौरे जे बने बैठे हैं, पागल जे बने बैठे। सोच असोच दिवस जाई। चंगियां माड़ियां गल्लां, कदी चंगी सोच कदी माड़ी सोच सदियां साडी जिंदगी दा दिन तुरिया जा रहा है। समा बीतदा जांदा है, बीत जा है जन्म आकाज रे। गुरु साहब जी ने अमृत बाणी च एक बचन किया बड़ा प्यारा, बहती जात कदे दृष्ट न धारत, मिथ्या मोह बंद है नित पारच। जिवें दरिया का पानी तुरिया जांदा है ना, तुरिया जांदा, असीं कहने दरिया उत्थे ही है, दरिया नहीं उत्थे, दरिया का पानी तो तुरिया जा रहा है। साडी जिंदगी बतीत होई जा रही है, जो दिन आवे सो दिन जाही, करना कूच रहन थिर नाही, संग चलत है हम भी चलना, दूर गवन सिर ऊपर मरना। बाबा रविदास साहब जी कहते चंगियां माड़ियां सोचां सोचदियां काम करदियां साडा दिन जिहड़ा है वो बतीत हुंदा जा रहा है। ते साडी हालत यह है कि इंद्री सबल निवल विवेक मुद, परमार्थ परमेश नहीं। साडे इंद्रे जिहड़े ने बलवान हुंदे जांदे ने, चस्के इवें कह लो वासनावां बलवान हुंदियां जांदियां ने, विकार साडे अंदर प्रबल हुंदे जांदे ने, विकार साडे उपर जोर पाउंदे रहिंदे ने। निबल विवेक बुद्ध साडी कमजोर हुंदी जांदी है। ज्यों-ज्यों असीं दुनियावी चस्कियां वल जावांगे त्यों-त्यों अंदरों साडी विवेक मत दा दीवा मलीन हुंदा जाएगा। ज्यों-ज्यों अवगुण करांगे त्यों तो विवेक मत का शीशा जिहड़ा होर धुंधला होंदा चलिया जाएगा। विवेक मत है
पर वो अंदर मैल जमदी चली जाएगी, जिवें शीशे ते मैल जमदी जाए तो उसकी लाइट बाहर नहीं आती। ज्ञान तो हर मनुख के अंदर है, ज्ञान बाहरों नहीं मिलना कितों। सतगुरु तो सानू वो ज्ञान प्राप्त करने की जुगत दिंदे ने, जुगत दसदे। तुहाडा ज्ञान ही तुहानू जिंदगी च बंधना तो मुक्त कर सकता है। ये बाहरला ज्ञान तो हुदारा ज्ञान है, इनू कह लो बासी ज्ञान है, ये जानकारी है, ये तुहानू नहीं मुक्त कर सकती। तुसीं कहो कि कोई ज्ञान देवेगा, कोई तुहाडे अंदर ज्ञान की जाग तां लगा सकता है। ज्ञान तुहाडे अंदरों ही प्रगट होना है। जदों भी तुसीं किते भावें बहुत अमीर हो, तुसीं भावें बहुत विद्वान हो, तुसीं सब कुछ होवो, कई बार जिंदगी च इहो जे असीं औखे समय ते फस जाने, कोई भी साडा साधन कम नहीं आउंदा, कोई भी साडा मददगार नहीं बनता। अजिहे विपता के समय फिर साडे अंदरों ही एक आवाज़ जी आउंदी कि ऐदां करके देख लो। वो जिहड़ी अंदरली आवाज़ है ना, जिन्हों आपां आत्मा की आवाज़ कहने, वो असली ज्ञान है। लेकिन वो क्यों नहीं प्रगट हुंदी? क्योंकि उत्थे ते मैल जमी पई है, उत्थे मैल जमी पई है। वो मैल उतरनी सी गुरबाणी दे चिंतन दे राहीं, वो मैल उतरनी सी आत्म चिंत दे राहीं। आ जिहड़ी गल सतगुरू जी ने कि बंदे खोज दिल हर रोज, ना फिर परेशानी माई। असी काम कार दा रोज हिसाब करते हैं, करना चाहिए। जे काम कार करते तो साडा हक है। शरीरक तौर पर तंदुरुस्त रहने के लिए रोज भोजन खाने, खाना चाहिए। शरीरक तौर पर तंदुरुस्त रहने के लिए रोज सानू कोई एक्सरसाइज करनी चाहिए, सैर करनी चाहिए, शरीर का ध्यान रखना चाहिए, साडा हक है, और ड्यूटी है। जे काम कार का हिसाब किताब जां काम करते जाना जरूरी है, जे शरीरक तौर पर तंदुरुस्त रहने लिए खाना पीना जां शरीर नूं संभालना जरूरी है, जिंदगी दे अंदर जे तुसीं खुशहाल रहना है तो आत्म चिंतन बड़ा जरूरी है। गुरबाणी कहती जे रोज आत्म चिंतन करोगे, बंदे खोज दिल हर रोज, ना फिर परेशानी माए। अज जिन्नियां परेशानियां ने, इहदा कारण कोई तन नहीं है, कोई दौलत नहीं है, कोई मनुख नहीं है। इहदा कारण कि असीं कदी आत्म चिंतन नहीं किया, अपने घर च झात ही नहीं मारी। हुण घर तुहाडा है, घर नूं तुसीं साफ नहीं करोगे तो उत्थे कूड़ा करकट है, बीमारियां ते आउणगीਆਂ। वो घर तुहाडा तुसीं साफ रखना है, उहदा ध्यान तुसीं रखना है। किसी ने यह नहीं है कि बाहरों तुहानूं दवाइयां नाल ठीक कर देना है। दवाइयां दी अपनी गल है, लेकिन जे तुसीं अपने शरीर का, घर का, खाण पीण का ध्यान रखोगे, तुहानूं बीमार को कर ही नहीं सकता। आत्मक तौर पर जां मानसिक तौर पर रोगी असीं कदों हुंदे आ, परेशान कदों हुंदे आ, जदों असीं आत्म चिंतन नहीं करते। गुरबाणी कहती बंदे खोज दिल हर रोज, ना फिर तेरी जिंदगी च तेनों कोई परेशानी नहीं आएगी। बाबा रविदास साहब जी कहते हैं कि जिंदगी च होया कि इंद्री सबल निबल विवेक बुद्ध, साडियां वासनावां प्रबल हो गई, साडियां वासनावां इन्नियां प्रबल हो गई, सहज खटे लख कोट धावै। पहला यतन सी के 1000 को रुपया बन जाए, फिर लख की दौड़ है, लख वाला करोड़ दी, करोड़ वाला उदू अगे तो अगे तुरिया चलिया जाता है। तृष्णा विरले की बूझी, परे परे की गल तुरी फिरदी है। वो वासनावां प्रबल होंदियां चलियां जांदियां ने। जिवें अग दे उपर लकड़ां पाओ, अग दे भांबड़ होर उच्चे उठदे ने। असीं सोचदे हां कि आह वासना पूरी कर लांगे ते असीं सुखी हो जावांगे, लेकिन एक पूरी हुंदी दूजी खड़ी हो जाती है। ये तो साडे अंदर सतगुरु जी ने गुरबाणी च एक गल कही है, एक सुवान दोए सुवानी नाल, भलके भौंके सदा बेआल। जिवें कुत्तियां कुत्ते नहीं भौंकदे, साडे अंदर वासनावां जिहड़ियां ने इवें साडे अंदर भौंकदियां रहिंदियां ने, सानू होर अगे तो अगे चस्कियां वल, वासनावां वल प्रेरदियां रहिंदियां ने। इंद्री सबल निबल विवेक बुद्ध, साडे अंदर जिहड़ी विवेक मत सी ना, जिन्हों आपां कहने अकल वाली मत, सियाणी मत, वो कमजोर हुंदी चली गई। असीं बौरे बनते चले गए। जदों मनुख की मत कमजोर जो आपां कहंदे ते पागल हो गया। गुरबाणी कहंदी सारी दुनिया पागलों वांगू तुरी फिरदी, बिन सब दे सब जग बौराना। साडी हालत बौरियां वर्गी है। जान अजान पए हम बावर, सब कुछ जानते हैं, सब कुछ साडे कोल है, विवेक मत साडे अंदर है, लेकिन असीं बौरे बने बैठे हैं। भगत जी कहंदे परवार्थ प्रवेश नहीं, परमार्थ दा अर्थ है कि जिहड़ी जिंदगी साडे अर्थ च है, जरूरी है। अर्थ आपां दुनियावी लोड़ां नूं कहने आ, पर सब तो वड्डी साडी जिंदगी दी जिहड़ी लोड़ है, उधर असीं कदी अपनी सुरत जोड़ी नहीं है, उधर साडा कदी ध्यान गया ही नहीं है। उधर ध्यान ते अखीर वेला जदों किते आउंदा है ना, आपां पता की सोचते हैं कि काम तो बुढ़े बारे करदा है, बुढ़े बारे रब की बंदगी होनी है। गुरबाणी कहती है दरअसल जे वेला वक्त विचारीए तां कित वेला भगत होए। बाबा फरीद साहब जी ने कहा सी, जां तो खट्टण वेल तां तू रता दुनी स्यों।
ਜਦੋਂ ਤੇ ਕੁਝ ਖੱਟੀ ਖੱਟਣ ਦਾ ਵੇਲਾ ਹੈ ਨਾ, ਉਦੋਂ ਬੰਦਾ ਦੁਨੀਆ 'ਚ ਹੀ ਜੁੜਿਆ ਰਿਹਾ, ਉਦੋਂ ਪਰਮਾਰਥ ਦੀ ਗੱਲ ਸੁਣਨ ਲਈ ਤਿਆਰ ਹੀ ਨਹੀਂ। ਉਦੋਂ ਕਿਤੇ ਰੱਬ ਦੀ ਜਾਂ ਚੰਗੀ ਗੱਲ ਸੁਣਨ ਲਈ ਬੰਦਾ ਤਿਆਰ ਨਹੀਂ ਹੈ। ਉਦੋਂ ਕਹਿੰਦਾ ਜੀ ਇਹ ਜ਼ਿੰਦਗੀ ਖਾਣ ਪੀਣ ਲਈ ਹੈ, ਮੌਜ ਮੇਲਾ ਮੰਨਣ ਲਈ ਹੈ। ਮੌਜ ਮੇਲਿਆਂ ਦੇ ਚਸਕੇ 'ਚ ਬੰਦਾ ਇੰਨਾ ਕੁ ਜਾਲ 'ਚ ਫਸ ਜਾਂਦਾ ਹੈ, ਉਹ ਨਿਕਲ ਹੀ ਨਹੀਂ ਸਕਦਾ। ਮਨੁੱਖ ਇੰਨਾ ਚਿਗੜ 'ਚ ਖੁੱਭ ਜਾਂਦਾ ਹੈ, ਜਿਵੇਂ ਕੋਈ ਬੰਦਾ ਦਲਦਲ ਵਿੱਚ ਨਹੀਂ ਫਸ ਜਾਏ। ਦਲਦਲ ਵਿੱਚ ਇੱਕ ਵਾਰੀ ਬੰਦਾ ਫਸ ਜਾਏ ਨਾ, ਦਲਦਲੀ ਮਿੱਟੀ 'ਚ, ਆਪਣੀ ਯਤਨ ਨਾਲ ਨਹੀਂ ਨਿਕਲ ਸਕਦਾ। ਫਿਰ ਕੋਈ ਪਸ਼ੂ ਫਸ ਜਾਏ, ਕੋਈ ਮਨੁੱਖ ਫਸ ਜਾਏ। ਸਿਆਣੇ ਕਹਿੰਦੇ ਉੱਥੇ ਤਾਂ ਫਿਰ ਇੱਕੋ ਇੱਕ ਤਰੀਕਾ ਹੈ ਕਿ ਬੰਦਾ ਅਹਿਲ ਖੜਾ ਹੋ ਜਾਏ, ਜ਼ੋਰ ਜ਼ੋਰ ਦੀ ਫਿਰ ਰੌਲਾ ਪਾਏ। ਕੋਈ ਸਿਆਣਾ ਬੰਦਾ ਕਿਸ ਜੁਗਤਨ ਨੂੰ ਕੱਢ ਲੇਗਾ ਤੇ ਕੱਢ ਲੇਗਾ, ਨਹੀਂ ਤੇ ਨਹੀਂ ਨਿਕਲ ਸਕਦਾ। ਜਦੋਂ ਬੰਦਾ ਚਸਕਿਆਂ 'ਚ ਪੈ ਜਾਏ, ਜਦੋਂ ਵਿਕਾਰਾਂ ਦੇ ਬੰਧਨਾਂ 'ਚ ਪੈ ਜਾਏ, ਜਦੋਂ ਵਾਸ਼ਨਾਵਾਂ 'ਚ ਘਿਰ ਜਾਏ, ਮਨੁੱਖ ਫਿਰ ਉੱਥੋਂ ਨਹੀਂ ਨਿਕਲ ਸਕਦਾ। ਆਪਣੇ ਯਤਨ ਨਾਲ ਨਹੀਂ ਨਿਕਲ ਜਾਂਦਾ। ਨਿਕਲਣਾ ਚਾਹੁੰਦਾ ਹੈ ਪਰ ਆਪਣੀ ਯਤਨ ਨਾਲ ਨਹੀਂ ਨਿਕਲ ਸਕਦਾ। ਪਰਮਾਰਥ ਪ੍ਰਵੇਸ਼ ਨਹੀਂ। ਮਨੁੱਖ ਜੋ ਇਹਦੀ ਜ਼ਿੰਦਗੀ ਦਾ ਮੁੱਖ ਮਨੋਰਥ ਹੈ, ਪਰਮਾਰਥ, ਉਧਰ ਇਹਦੀ ਸੁਰਤ ਕਦੀ ਪ੍ਰਵੇਸ਼ ਹੀ ਨਹੀਂ ਕਰਦੀ, ਧਿਆਨ ਹੀ ਨਹੀਂ ਦਿੰਦੀ। ਇਹਦੀ ਹਾਲਤ ਹੈ ਕਿ ਕਹੀਤ ਆਨ ਅਚਰਿਤ ਅਨ ਕਾ ਸਮਝ ਨਾ ਪਰੇ ਅਪਰ ਮਾਇਆ। ਮੁਖ ਤੋਂ ਕਹਿੰਦਾ ਕੁਝ ਹੈ, ਕਰਦਾ ਕੁਝ ਹੈ। ਇਵੇਂ ਕਹਿ ਲਓ ਕਿ ਬਾਹਰੋਂ ਗੱਲਾਂ ਬਾਤਾਂ ਹੋਰ ਕਰਦਾ ਪਰ ਅੰਦਰੋਂ ਇਹ ਕੁਝ ਹੋਰ ਹੈ। ਜੀਓ ਮੈਲੇ ਬਾਹਰੋਂ ਨਿਰਮਲ। ਇਹ ਜੀ ਕਰਕੇ ਮੈਲਾ ਹੈ। ਮੁਖ ਤੋਂ ਰਾਮ ਰਾਮ ਕਹਿੰਦਾ ਪਰ ਅੰਦਰ ਛੁਰੀ ਲੁਕੀ ਹੋਈ ਹੈ। ਮੁਖ ਤੋਂ ਧਰਮ ਦੀਆਂ ਗੱਲਾਂ ਕਰਦਾ ਹੈ ਪਰ ਅੰਦਰ ਇਹਦੇ ਅਧਰਮ ਬੈਠਾ ਹੋਇਆ, ਅੰਦਰ ਵਾਸ਼ਨਾਵਾਂ ਬੈਠੀਆਂ ਹੋਈਆਂ ਨੇ। ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਕਹੀਤ ਆਨ ਅਚਰਿਤ ਅਨ ਕਾ ਸਮਝ ਨਾ ਪਰੇ ਅਪਰ ਮਾਇਆ। ਇੰਨਾ ਕੁ ਇਹ ਮਾਇਆ ਦੇ ਪ੍ਰਭਾਵ ਵਿੱਚ ਆ ਗਿਆ, ਗੱਡਿਆ ਗਿਆ, ਵਾਸ਼ਨਾਵਾਂ ਵਿੱਚ ਇਹ ਖੁੱਭ ਗਿਆ ਕਿ ਇਹਨੂੰ ਸਮਝ ਹੀ ਨਹੀਂ ਪੈਂਦੀ ਕਿ ਰਸਤਾ ਕਿਵੇਂ ਲੱਭਣਾ। ਮਨੁੱਖ ਸੋਚਦਾ ਹੈ ਕਿ ਸ਼ਾਇਦ ਬਾਹਰਲੇ ਕੰਮ ਕੀਤੇ ਰੱਬ ਮਿਲ ਜਾਏਗਾ, ਪੈਸੇ ਦੇ ਨਾਲ ਹੀ ਰੱਬ ਮਿਲ ਜਾਏਗਾ, ਪੈਸੇ ਨਾਲ ਕਿਤੇ ਦਾਨ ਪੁੰਨ ਕਰ ਦਿਓ ਰੱਬ ਮਿਲ ਜਾਏਗਾ। ਉਹ ਇਹਨਾਂ ਤਰੀਕਿਆਂ ਨੂੰ ਫਿਰ ਤਰੀਕਾ ਸਮਝਦਾ। ਪੈਸੇ ਨਾਲ ਪਾਠ ਕਰਾ ਦਿਓ ਰੱਬ ਮਿਲ ਜਾਏਗਾ, ਪੈਸੇ ਨਾਲ ਕਿਤੇ ਲੰਗਰ ਲਵਾ ਦਿਓ ਰੱਬ ਮਿਲ ਜਾਏਗਾ। ਇਹਦੇ ਤੋਂ ਆਸ ਰੱਖਦਾ ਕਿ ਮੈਨੂੰ ਬੜਾ ਸੁੱਖ ਮਿਲ ਜਾਏਗਾ। ਇਹ ਕਰਮ ਮੁਬਾਰਕ ਨੇ, ਪਰ ਜਿੱਥੋਂ ਤੱਕ ਜਿਹਨੂੰ ਆਪਾਂ ਪਰਮ ਸੁੱਖ ਕਹਿੰਦੇ ਆ, ਉਹ ਇਹਨਾਂ ਸਾਧਨਾਂ ਨਾਲ ਨਹੀਂ ਮਿਲਦਾ। ਉਹਦੇ ਲਈ ਤਾਂ ਪਰਮਾਰਥ ਵਿੱਚ ਪ੍ਰਵੇਸ਼ ਕਰਨਾ ਪਏਗਾ, ਆਤਮ ਚਿੰਤਨ ਕਰਨਾ ਪਏਗਾ। ਭੁੱਖ ਮਿਟਾਉਣ ਦੇ ਲਈ ਇਹ ਨਹੀਂ ਹੈ ਕਿ ਕਿਸੇ ਨੂੰ ਪੈਸੇ ਦਿਓ ਤੂੰ ਲੰਗਰ ਛਕ ਲੈ ਤੇ ਮੇਰੀ ਭੁੱਖ ਮਿਟ ਜੇ। ਇਦਾਂ ਨਹੀਂ ਮਿਟਦੀ ਹੁੰਦੀ। ਕਿਸੇ ਨੂੰ ਪੈਸੇ ਦਿਓ ਕਿ ਤੂੰ ਦਵਾਈ ਖਾ ਲੈ ਮੇਰਾ ਰੋਗ ਮਿਟ ਜਾਏ, ਇਦਾਂ ਕਦੀ ਨਹੀਂ ਮਿਟੇਗਾ। ਉਹ ਤੇ ਆਪ ਹੀ ਖਾਣੀ ਪਏਗੀ। ਤੁਸੀਂ ਕਿਸੇ ਨੂੰ ਪੈਸੇ ਦਿਓ ਕਿ ਪਾਠ ਤੂੰ ਕਰ ਦੇ, ਅਰਦਾਸ ਤੂੰ ਕਰ ਦੇ ਤੇ ਮੇਰਾ ਰੋਗ ਮਿਟ ਜਾਏ। ਇਹ ਤਾਂ ਚਲੋ ਮੇਰੇ ਵਰਗਿਆਂ ਦਾ ਕਾਰੋਬਾਰ ਚੱਲ ਰਿਹਾ, ਕੋਈ ਗੱਲ ਨਹੀਂ, ਪਰ ਇਦਾਂ ਰੋਗ ਨਹੀਂ ਮਿਟਣੇ। ਉਹਦੇ ਲਈ ਤੇ ਤੁਹਾਨੂੰ ਆਪ ਯਤਨ ਕਰਨਾ ਪਏਗਾ, ਉਹਦੇ ਲਈ ਆਪ ਮਿਹਨਤ ਕਰਨੀ ਪਏਗੀ। ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਸਮਝ ਨਾ ਪਰੇ ਅਪਰ ਮਾਇਆ। ਇਹਨਾਂ ਕੋ ਇਹ ਮਾਇਆ ਦੇ ਅੰਦਰ ਘਿਰ ਚੁੱਕਾ ਹੈ ਕਿ ਇਹਨੂੰ ਸਮਝ ਨਹੀਂ ਪੈਂਦੀ ਕਿ ਇੱਥੋਂ ਨਿਕਲਿਆ ਕਿਵੇਂ ਜਾਏ। ਹੁਣ ਤੇ ਇੱਕੋ ਇੱਕ ਤਰੀਕਾ ਹੈ। ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਦਇਆ। ਰਵਿਦਾਸ ਸਾਹਿਬ ਜੀ ਕਹਿੰਦੇ ਹੈ ਪ੍ਰਮਾਤਮਾ, ਮੈਂ ਆਪਣੀ ਇਹ ਜਿਹੜੀ ਮੱਤ ਹੈ ਨੇ ਇਹਦੇ ਵੱਲੋਂ ਬੜਾ ਉਪਰਾਮ ਹੋ ਗਿਆ, ਉਦਾਸ ਹੋ ਗਿਆ। ਪਹਿਲਾਂ ਮੱਤ ਤੇ ਮਾਣ ਸੀ ਕਿ ਮੈਂ ਬੜਾ ਸਿਆਣਾ ਹਾਂ, ਮੈਂ ਬੜਾ ਦੁਨਿਆਵੀ ਕੰਮਾਂ 'ਚ ਕਾਮਯਾਬ ਹਾਂ, ਮੈਂ ਬੜਾ ਚਲਾਕ ਹਾਂ। ਪਰ ਜਦੋਂ ਬੰਧਨਾਂ 'ਚ ਫਸ ਗਿਆ, ਨਿਕਲਣ ਦਾ ਰਸਤਾ ਕੋਈ ਨਹੀਂ ਹੈ। ਹੁਣ ਕਹਿੰਦਾ ਕਿ ਉਦਾਸ ਦਾਸ ਮਤ, ਮੈਂ ਆਪਣੀ ਇਸ ਮਤ ਵੱਲੋਂ, ਅਕਲ ਵੱਲੋਂ, ਸੋਝੀ ਵੱਲੋਂ ਉਪਰਾਮ ਹੋ ਗਿਆ ਹਾਂ, ਨਿਰਾਸ਼ ਹੋ ਗਿਆ। ਹੁਣ ਤੇ ਪਰ ਹਰ ਕੋਪ ਕਰੋ ਜੀ ਦਇਆ। ਪ੍ਰਮਾਤਮਾ ਤੁਸੀਂ ਮੇਰੇ ਤੇ ਤਰਸ ਕਰੋ, ਬਖਸ਼ਿਸ਼ ਕਰੋ। ਉਹ ਬਖਸ਼ਿਸ਼ ਕਰੋ ਕਿ ਮੈਨੂੰ ਗੁਰੂ ਦੀ ਮੱਤ ਮਿਲ ਜਾਏ। ਗੁਰੂ ਦੀ ਮੱਤ ਦੇ ਰਾਹੀਂ, ਗੁਰੂ ਦੀ ਮੱਤ ਦਾ ਚਿੰਤਨ ਕਰਦਿਆਂ ਕਰਦਿਆਂ ਮੈਂ ਆਤਮ ਚਿੰਤਨ ਵੱਲ ਜੁੜ ਜਾਵਾਂ। ਉਹ ਜਿਹੜਾ ਸਾਡਾ ਵਿਵੇਕ ਦੀਪ ਮਲੀਨ ਹੋ ਗਿਆ ਹੈ, ਉਹ ਸਾਡਾ ਦੀਪ ਪਵਿੱਤਰ ਹੋ ਜਾਏ, ਜਗਮਗਾ ਜਾਏ। ਭਾਈ ਗੁਰਦਾਸ ਜੀ ਨੇ ਇੱਕ ਗੱਲ ਕਹੀ ਹੈ, ਕਹਿਣਗੇ ਜੈਸੇ ਤਿਲ ਬਾਸ ਬਾਸ ਲੀਜਿਤ ਕੁਸਮ ਸੇ ਹੋਤ ਹੈ ਫਲੇਲ ਜਤਨ ਕਹਿ ਜਾਨੀ ਹੈ। ਤਿਲਾਂ ਦਾ ਤੇਲ ਜਿਹੜਾ ਨਾ ਉਹਨੂੰ ਕੋਲੂ ਚ ਪਾ ਕੇ ਪੀੜਦੇ ਤਾਂ ਹੀ ਤਿਲ ਨਿਕਲਦਾ। ਜੇ ਉਹਦੇ ਚ ਕਿਸੇ ਤਰੀਕੇ ਨਾਲ ਫੁੱਲ ਰੱਖ ਕੇ ਉਹਨੂੰ ਪੀੜੋ, ਉਹ ਫਲੇਲ ਬਣ ਜਾਂਦਾ ਹੈ, ਸੁਗੰਧੀ ਵਾਲਾ ਤੇਲ ਬਣ ਜਾਂਦਾ। ਜੈਸੇ ਤਿਲ ਬਾਸ ਬਾਸ ਲੀਜਿਤ ਕੁਸਮ ਸੇ ਤਾਂ ਤੇ ਹੋਤ ਹੈ ਫਲੇਲ ਜਤਨ ਕਹਿ ਜਾਨੀ ਹੈ। जैसे तो उटाए दूध जामन जमाए मत संयम के सहित किरत प्रगट के आनी है। दुध दे विच मक्खण है, पर दुध नूं उबाल के ठंडिया करके फिर उन्होंने आपां जाग लगाउने आ। जाग लगा के उहदा दही जमदा है, दही नूं आपां रिड़कदे आ, रिड़क के उह चों मक्खण निकल आउंदा है। संयम के सहित किसी तरीके नाल, किसी युगत नाल मक्खण निकल आउंदा है। जैसे कुआ खोद बस दात साए कोरी लाज के वहाए डोल काढ़ जल आनी है। धरती 'ਚ ਅਸੀਂ ਖੂਹ ਪੁੱਟਦੇ ਹਾਂ, ਹੁਣ ਟਿਊਬਵੈੱਲ ਆ ਗਏ ਨੇ।
ਉਹ ਖੂਹ ਦੇ ਵਿੱਚ ਅਸੀਂ ਰੱਸੇ ਦੇ ਰਾਹੀਂ ਡੋਲ ਭੇਜਦੇ, ਡੋਲ ਦੇ ਰਾਹੀਂ ਪਾਣੀ ਬਾਹਰ ਆ ਜਾਂਦਾ। ਧਰਤੀ 'ਚ ਪਾਣੀ ਭਾਵੇਂ ਹੈ, ਪਰ ਉਹ ਪਾਣੀ ਲਈ ਖੂਹ ਟਿਊਬਲ ਕੋਈ ਨਾ ਕੋਈ ਤੇ ਯਤਨ ਕਰਨਾ ਪਏਗਾ, ਤਾਂ ਹੀ ਬਾਹਰ ਆਏਗਾ ਨਾ, ਉਵੇਂ ਤਾਂ ਨਹੀਂ ਆਏਗਾ। ਕਹਿਣਗੇ ਬਿਲਕੁਲ ਇਸੇ ਤਰ੍ਹਾਂ ਜਿਵੇਂ ਤਿਲਾਂ 'ਚੋਂ ਤੇਲ ਕਿਸੇ ਜੁਗਤ ਨਾਲ, ਜਿਵੇਂ ਦੁੱਧ 'ਚੋਂ ਮੱਖਣ ਕਿਸੇ ਜੁਗਤ ਦੇ ਨਾਲ, ਜਿਵੇਂ ਖੂਹ ਧਰਤੀ 'ਚੋਂ ਪਾਣੀ ਕਿਸੇ ਜੁਗਤ ਦੇ ਨਾਲ ਮਿਲੇ। ਵਿਵੇਕ ਮਤ ਹਰ ਮਨੁੱਖ ਦੇ ਅੰਦਰ ਹੈ, ਗਿਆਨ ਹਰ ਮਨੁੱਖ ਦੇ ਅੰਦਰ ਹੈ, ਪਰ ਉਹ ਜਿਹੜੀ ਗਿਆਨ ਵਾਲੀ ਮਤ ਹੈ ਉਹ ਗੁਰੂ ਕੀ ਮਤ ਦੇ ਰਾਹੀਂ ਪ੍ਰਗਟ ਹੋਣੀ ਹੈ, ਉਹ ਗੁਰੂ ਕੇ ਗਿਆਨ ਨਹੀਂ ਪ੍ਰਗਟ ਹੋਣੀ ਹੈ। ਇਸ ਕਰਕੇ ਕਹਿਣ ਲੱਗੇ ਪੈਸੇ ਗੁਰ ਉਪਦੇਸ਼ ਭਾਵਨੀ ਭਗਤ ਪਾਏ। ਗੁਰੂ ਕੇ ਉਪਦੇਸ਼ ਰਾਹੀਂ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਵਿੱਚ ਜੁੜ ਕੇ ਘਟ ਘਟ ਰਮਤ ਬ੍ਰਹਮ ਪਹਿਚਾਨੀ ਹੈ। ਪਰਮਾਤਮਾ ਦੀ ਭਾਉ ਭਗਤੀ ਵਿੱਚ ਜੁੜ ਕੇ ਉਹ ਸਰਬ ਵਿਆਪਕ ਪਰਮਾਤਮਾ ਦੇ ਅਸੀਂ ਦੀਦਾਰ ਕਰ ਸਕਦੇ, ਆਪਣੇ ਅੰਦਰੋਂ ਵੀ ਉਹਦੀ ਦੀਦਾਰ ਕਰ ਸਕਦੇ ਹਾਂ। ਭਗਤ ਜੀ ਨੇ ਕਿਹਾ ਸੀ ਕਿ ਮਨੁੱਖਾ ਜਨਮ ਦੁਰਲੱਭ ਹੈ, ਭਾਗਾਂ ਨਾਲ ਮਿਲਿਆ ਹੈ। ਇਨਾ ਇਹ ਦੁਰਲੱਭ ਹੈ ਕਿ ਇਸ ਦੇਹੀ ਕੋ ਸਿਮਰੈ ਦੇਵ, ਸਾ ਦੇਹੀ ਭਜ ਹਰ ਕੀ ਸੇਵ। ਇਹ ਦੇਹੀ ਦੁਰਲੱਭ ਜਿਹਨੂੰ ਦੇਵਤੇ ਵੀ ਤਰਸਦੇ ਨੇ, ਪਰ ਜਿੰਨੀ ਇਹ ਜ਼ਿੰਦਗੀ ਮਹਾਨ ਹੈ ਉਨਾ ਹੀ ਮਨੁੱਖ ਇਹਦੇ ਵੱਲੋਂ ਲਾਪਰਵਾਹ ਹੈ। ਦੁਨਿਆਵੀ ਪਦਾਰਥ ਪ੍ਰਮਾਤਮਾ ਨੇ ਇਹਨੂੰ ਗੁਜ਼ਰਾਨ ਦਿੱਤੇ ਨੇ, ਇਸ ਧਰਤੀ ਤੇ ਰਹਿੰਦੀਆਂ ਇਹਨਾਂ ਦੀ ਲੋੜ ਹੈ, ਪਰ ਇਹ ਸਭ ਕੁਝ ਨਹੀਂ ਹੈ। ਜ਼ਿੰਦਗੀ ਸਭ ਕੁਝ ਹੈ, ਪਰ ਜ਼ਿੰਦਗੀ ਵੱਲੋਂ ਮਨੁੱਖ ਇੰਨਾ ਲਾਪਰਵਾਹ ਹੋ ਗਿਆ ਜਾਂ ਇੰਨਾ ਅਗਿਆਨੀ ਹੋ ਗਿਆ, ਮਨੁੱਖ ਨੇ ਦੁਨੀਆ ਨੂੰ ਹੀ ਸਭ ਕੁਝ ਸਮਝ ਲਿਆ, ਸੰਸਾਰ ਨੂੰ ਸਭ ਕੁਝ ਸਮਝ ਲਿਆ। ਇਹੀ ਕਾਰਨ ਹੈ ਕਿ ਮਨੁੱਖ ਦੁਖੀ ਹੈ। ਬਾਬਾ ਰਵਿਦਾਸ ਸਾਹਿਬ ਜੀ ਕਹਿੰਦੇ ਨੇ ਕਿ ਜੇ ਇਸ ਮਤ ਮਗਰੀ ਆਪਾਂ ਤੁਰਦੇ ਰਹੇ ਤੇ ਜ਼ਿੰਦਗੀ 'ਚ ਉਦਾਸ ਰਵਾਂਗੇ, ਆਪਾਂ ਖੁਸ਼ ਨਹੀਂ ਹੋ ਸਕਾਂਗੇ। ਭਗਤ ਜੀ ਦੇ 40 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਨੇ। ਭਗਤ ਜੀ ਨੇ ਜਿੱਥੇ ਮਨੁੱਖਾ ਜ਼ਿੰਦਗੀ ਦੀ ਵਡਿਆਈ ਦੱਸੀ ਆਪਣੀ ਪਵਿੱਤਰ ਬਾਣੀ ਅੰਦਰ, ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਵੀ ਬਾਣੀ ਹੈ, ਭਾਵੇਂ ਉਹ ਗੁਰੂ ਸਾਹਿਬਾਨ ਦੀ ਹੈ, ਭਗਤ ਸਾਹਿਬਾਨ ਜੀ ਦੀ ਹੈ, ਉਹਦਾ ਮੁੱਖ ਮਕਸਦ ਮਨੁੱਖਾ ਜ਼ਿੰਦਗੀ ਦੀ ਮਹਾਨਤਾ ਦੱਸਣਾ। ਕਿਉਂਕਿ ਧਰਮ ਦੀ ਦੁਨੀਆ ਦੇ ਅੰਦਰ ਮਨੁੱਖਾ ਜ਼ਿੰਦਗੀ ਦੀ ਵੈਲਿਊ ਨਹੀਂ ਦੱਸੀ ਗਈ। ਮਨੁੱਖ ਨੂੰ ਤੇ ਕੋਈ ਇੱਕ ਗੱਲ ਕਹੀ ਗਈ ਕਿ ਤੁਸੀਂ ਤਪ ਕਰੋ, ਜਪ ਕਰੋ, ਤੀਰਥਾਂ ਤੇ ਨਹਾਓ, ਤੁਹਾਨੂੰ ਤਾਂ ਸੁੱਖ ਅਗਲੀ ਜ਼ਿੰਦਗੀ 'ਚ ਹੀ ਮਿਲਣਾ, ਹੁਣ ਇੱਥੇ ਤਾਂ ਤੁਸੀਂ ਦੁੱਖ ਹੀ ਭੋਗਣ ਲਈ ਆਏ ਹੋ। ਜ਼ਿੰਦਗੀ ਦੇ ਪ੍ਰਤੀ ਇੱਕ ਨੈਗੇਟਿਵਿਟੀ ਭਰ ਦਿੱਤੀ ਗਈ, ਨਿਰਾਸ਼ਤਾ ਭਰ ਦਿੱਤੀ ਗਈ। ਪਰ ਜ਼ਿੰਦਗੀ ਕਿੰਨੀ ਅਮੋਲ ਹੈ, ਜ਼ਿੰਦਗੀ ਕਿੰਨੀ ਮਹਾਨ ਹੈ, ਇਹ ਜ਼ਿੰਦਗੀ ਦੀ ਵੈਲਿਊ ਦੱਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਨੇ। ਭਗਤ ਜੀ ਕਹਿੰਦੇ ਦੁਰਲੱਭ ਜਨਮ ਪੁੰਨ ਫਲ ਪਾਇਓ। ਇਹ ਦੁਰਲੱਭ ਜਨਮ ਭਾਗਾਂ ਨਾਲ ਮਿਲਿਆ, ਪਰ ਬਿਰਥਾ ਜਾਤ ਅਬਵੇਕ ਹੈ। ਮਨੁੱਖ ਇੰਨਾ ਲਾਪਰਵਾਹ ਇਹਦੇ ਵੱਲੋਂ ਕਿ ਇਹਦੀ ਜ਼ਿੰਦਗੀ ਜਿਹੜੀ ਅਗਿਆਨਤਾ ਵਿੱਚ ਬਿਰਥਾ ਤੁਰੀ ਜਾ ਰਹੀ ਹੈ, ਆਕਾਰ ਤੁਰੀ ਜਾ ਰਹੀ ਹੈ। ਇੱਕ ਇੱਕ ਸਵਾਸ ਬੜਾ ਕੀਮਤੀ ਹੈ, ਪਰ ਪਤਾ ਨਹੀਂ ਕਿੰਨੇ ਸਵਾਸ ਆਕਾਰ ਚਲੇ ਜਾਂਦੇ ਨੇ। ਜਿਹੜਾ ਵੀ ਸਵਾਸ ਪ੍ਰਮਾਤਮਾ ਦੀ ਯਾਦ ਵਿੱਚ ਅਸੀਂ ਬਤੀਤ ਕਰਾਂਗੇ, ਉਹ ਸਵਾਸ ਲੇਖੇ ਲੱਗ ਜਾਏਗਾ। ਭਗਤ ਜੀ ਕਹਿੰਦੇ ਉਹਦਾ ਤਰੀਕਾ ਇੱਕੋ ਹੀ ਹੈ ਕਿ ਆਪਾਂ ਇਸ ਅਗਿਆਨਤਾ ਤੋਂ ਮੁਕਤ ਹੋਈਏ, ਵਿਵੇਕ ਮਤ ਨੂੰ ਪ੍ਰਾਪਤ ਕਰਨ ਦੇ ਲਈ ਗੁਰੂ ਕੀ ਮਤ ਦੇ ਧਾਰਨੀ ਬਣੀਏ, ਪਰਮਾਤਮਾ ਦੇ ਅੱਗੇ ਅਰਦਾਸ ਕਰੀਏ, हे ਪ੍ਰਮਾਤਮਾ ਜੀ ਪਰਹਰ ਕੋਪ ਕਰੋ ਜੀ ਦਇਆ, ਸਾਡੇ ਤੇ ਤਰਸ ਕਰੋ, ਸਾਡੇ ਤੇ ਰਹਿਮਤ ਕਰੋ ਕਿ ਅਸੀਂ ਗੁਰੂ ਕੀ ਮਤ ਦੇ ਰਹੀ ਉਸ ਵਿਵੇਕ ਮਤ ਨੂੰ ਸਮਝ ਸਕੀਏ, ਜਿਹੜਾ ਵਿਵੇਕ ਮਤ ਦਾ ਦੀਵਾ ਸਾਡਾ ਮੈਲਾ ਹੋ ਗਿਆ। ਗੁਰਬਾਣੀ ਸਾਨੂੰ ਵਿਵੇਕ ਮਤ ਹੀ ਬਖਸ਼ਿਸ਼ ਕਰਦੀ ਹੈ। ਜੇ ਮਨੁੱਖ ਦੀ ਜ਼ਿੰਦਗੀ 'ਚ ਵਿਵੇਕ ਨਹੀਂ ਹੈ, ਜਿਵੇਂ ਕਹਿ ਲਓ ਆਤਮ ਗਿਆਨ ਨਹੀਂ ਹੈ, ਤੇ ਜ਼ਿੰਦਗੀ ਆਕਾਰ ਚਲੀ ਜਾਏਗੀ। ਇੱਕ ਮਹਾਤਮਾ ਨੂੰ ਉਹਦੇ ਸੇਵਕ ਨੇ ਇੱਕ ਸਵਾਲ ਕੀਤਾ ਕਿ ਮਹਾਤਮਾ ਜੀ ਇਹ ਦੁਨੀਆ ਕਾਹਦੇ ਆਸਰੇ ਨਾਲ ਚੱਲਦੀ ਹੈ? ਤੇ ਮਹਾਤਮਾ ਨੇ ਕਿਹਾ ਸੂਰਜ ਦੇ ਆਸਰੇ ਨਾਲ ਚੱਲਦੀ, ਸੂਰਜ ਦੀ ਲਾਈਟ ਨਾਲ ਚੱਲਦੀ ਹੈ। ਕਹਿਣ ਲੱਗਾ ਜੇ ਸੂਰਜ ਨਾ ਹੋਵੇ, ਕਹਿਣ ਲੱਗਾ ਸੂਰਜ ਨਾ ਹੋਵੇ ਤੇ ਫਿਰ ਚੰਦਰਮਾ ਦੀ ਲਾਈਟ ਨਾਲ ਚੱਲਦੀ ਹੈ ਦੁਨੀਆ। ਕਹਿਣ ਲੱਗਾ ਜੇ ਚੰਦਰਮਾ ਵੀ ਨਾ ਹੋਵੇ ਤਾਂ, ਕਹਿਣ ਲੱਗਾ ਜੇ ਚੰਦਰਮਾ ਨਾ ਹੋਵੇ, ਸੂਰਜ ਨਾ ਹੋਵੇ ਤੇ ਮਨੁੱਖ ਅੱਗ ਬਾਲ ਕੇ ਕੰਮ ਚਲਾ ਲੈਂਦਾ, ਉਹਦੇ ਨਾਲ ਵੀ ਕੰਮ ਚੱਲ ਜਾਂਦਾ। ਕਹਿਣ ਲੱਗਾ ਅੱਗ ਵੀ ਨਾ ਹੋਵੇ, ਸੂਰਜ ਵੀ ਨਾ ਹੋਵੇ, ਚੰਦਰਮਾ ਵੀ ਨਾ ਹੋਵੇ, ਉਹ ਕਹਿਣ ਲੱਗਾ ਜੇ ਵੀ ਨਾ ਹੋਵੇ ਤੇ ਬੰਦਾ ਬੋਲ ਕੇ ਕੰਮ ਚਲਾ ਲੈਂਦਾ, ਬੋਲ ਕੇ ਆਵਾਜ਼ ਮਾਰ ਕੇ ਵੀ ਆਪਾਂ ਦੇਖਦੇ ਆ ਨਾ, ਰਾਤ ਦੇ ਹਨੇਰੇ 'ਚ ਕੰਮ ਚੱਲ ਹੀ ਜਾਂਦਾ। ਕਹਿਣ ਲੱਗਾ ਸੂਰਜ ਨਾ ਹੋਵੇ, ਚੰਦਰਮਾ ਨਾ ਹੋਵੇ, ਲਾਈਟ ਨਾ ਹੋਵੇ, ਕੁਝ ਨਾ ਹੋਵੇ, ਬੋਲ ਵੀ ਨਾ ਹੋਣ, ਤੇ ਫਿਰ ਬੰਦਾ ਕਿਵੇਂ ਚੱਲੇਗਾ ਜ਼ਿੰਦਗੀ 'ਚ? ਕਹਿਣ ਲੱਗਾ ਫਿਰ ਉਹ ਚੱਲੇਗਾ ਆਤਮ ਗਿਆਨ ਦੇ ਨਾਲ। ਉਹ ਗਿਆਨ ਅੰਦਰੋਂ ਪ੍ਰਗਟ ਹੁੰਦਾ ਹੈ। ਫਿਰ ਬੰਦਾ ਇਕੱਲਾ ਹੋਏ ਤੇ ਅੰਦਰੋਂ ਇੱਕ ਆਵਾਜ਼ ਆਉਂਦੀ, ਉਹ ਜਿਹੜਾ ਵਿਵੇਕ ਮਤ ਹੈ ਜਦੋਂ ਸਾਡੇ ਅੰਦਰ ਪ੍ਰਗਟ ਹੋ ਜਾਏਗੀ, ਫਿਰ ਸਾਨੂੰ ਪਤਾ ਲੱਗੇਗਾ ਕਿ ਜ਼ਿੰਦਗੀ ਦਾ ਮਨੋਰਥ ਕੀ ਹੈ, ਕਿਸ ਚੀਜ਼ ਨੇ ਜ਼ਿੰਦਗੀ ਸਾਡੀ ਮਦਦਗਾਰ ਬਣਨਾ ਹੈ। ਬਾਬਾ ਰਵਿਦਾਸ ਸਾਹਿਬ ਜੀ ਨੇ ਸਾਨੂੰ ਜ਼ਿੰਦਗੀ ਦੀ ਅਮੋਲਕਤਾ ਦਰਸਾ ਕੇ ਤੇ ਜ਼ਿੰਦਗੀ ਪ੍ਰਤੀ ਸਾਡੀ ਜੋ ਲਾਪਰਵਾਹੀ ਹੈ ਉਹ ਚੇਤੇ ਕਰਾ ਕੇ
ਸਾਨੂੰ ਇੱਕ ਪ੍ਰੇਰਣਾ ਕੀਤੀ ਹੈ ਕਿ ਸਾਡਾ ਜੀਵਨ ਜਿਹੜਾ ਹੈ ਨਾ, ਜਾਨ ਅਜਾਨ ਪਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ। ਸਾਡੀ ਜ਼ਿੰਦਗੀ ਜਿਹੜੀ ਹੈ ਨਾ, ਐਵੇਂ ਸੋਚਾਂ ਸੋਚਦੀਆਂ ਬਾਵਰਪੁਣੇ 'ਚ ਬਤੀਤ ਹੁੰਦੀ ਚਲੀ ਜਾ ਰਹੀ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ ਪਰਮਾਰਥ ਪ੍ਰਵੇਸ਼ ਨਹੀਂ। ਸਾਡੀ ਵਿਵੇਕ ਮਤ ਜਿਹੜੀ ਹੈ ਉਹ ਕਮਜ਼ੋਰ ਹੋ ਗਈ, ਵਾਸਨਾਵਾਂ ਪ੍ਰਬਲ ਹੋ ਗਈਆਂ, ਪਰਮਾਰਥ ਨਾਲ ਸਾਡੀ ਸਾਂਝ ਨਹੀਂ ਹੈ। ਉਹ ਸਾਂਝ ਬਣਾਉਣ ਦੇ ਲਈ ਇੱਕੋ ਇੱਕ ਤਰੀਕਾ ਹੈ, ਅਰਦਾਸ ਕਰੀਏ ਭਗਤ ਜੀ ਵਾਂਗੂ ਕਿ ਕਹਿ ਰਵਿਦਾਸ ਉਦਾਸ ਦਾਸ ਮਤ ਪਰਹਰ ਕੋਪ ਕਰੋ ਜੀ ਦੇ ਆ, ਕਿ ਸਤਿਗੁਰੂ ਜੀ ਆਪ ਹੀ ਦਇਆ ਦ੍ਰਿਸ਼ਟੀ ਕਰਕੇ ਸਾਨੂੰ ਆਪਣੀ ਬਾਣੀ ਨਾਲ ਜੋੜੋ, ਬਾਣੀ ਦਾ ਪਿਆਰ ਬਖਸ਼ਿਸ਼ ਕਰੋ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲ ਚੁੱਕ ਦੀ ਖਿਮਾ ਜੀ। ਆਪ ਜੀ ਪਿਆਰ ਦੇ ਨਾਲ ਮਾਨਯੋਗ ਭਾਈ ਸਾਹਿਬ ਜੀ, ਭਾਈ ਓਂਕਾਰ ਸਿੰਘ ਜੀ ਤੁਹਾਡੀ ਸੇਵਾ 'ਚ ਹਾਜ਼ਰ ਹੋਏ ਨੇ। ਰਸ ਭਿੰਨਾ ਕੀਰਤਨ ਕਰਦੇ ਉਹਨਾਂ ਪਾਸੋਂ ਆਨੰਦ ਮਾਣੋ। ਭਾਈ ਸਾਹਿਬ ਜੀ ਅਗਲਾ ਪ੍ਰੋਗਰਾਮ ਦੱਸਣਗੇ, ਭਾਈ ਚਰਨਜੀਤ ਸਿੰਘ ਜੀ। ਪਿਆਰ ਸਤ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।